ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਇਸ ਵੀਡੀਓ ਦੇ ਵਿੱਚ ਇੱਕ ਪੋਜ਼ਿਟਿਵ ਅਪਡੇਟ ਦੇ ਰਿਗਾਰਡਿੰਗ ਗੱਲ ਕਰਾਂਗੇ। ਸੋ ਅਪਡੇਟ ਇਹ ਹੈ ਕਿ ਪੀਪੀਐਸਸੀ ਨੇ ਸੀਨੀਅਰ ਅਸਿਸਟੈਂਟ ਦੀ ਜਿਹੜੀ ਗਰੁੱਪ ਬੀ ਦੀ ਪੋਸਟ ਨੇ ਉਹਨਾਂ ਦੇ ਰਿਗਾਰਡਿੰਗ ਜਿਹੜੀ ਹੈ ਅਪਡੇਟ ਆਪਣੀ ਜਿਹੜੀ ਹੈ ਅਫੀਸ਼ੀਅਲ ਅਪਡੇਟ ਦੇ ਦਿੱਤੀ ਹੈ। ਸੋ ਇਹ ਮੈਂ ਨੋਟੀਫਿਕੇਸ਼ਨ ਓਪਨ ਕੀਤੀ ਹੋਈ ਹੈ ਅਫੀਸ਼ੀਅਲ। ਸੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਜਿਹੜੀ ਨੇ 198 ਪੋਸਟ ਜਿਹੜੀ ਹੈ ਪੀਪੀਐਸਸੀ ਨੇ ਜਿਹੜੀ ਰਿਲੀਜ਼ ਕੀਤੀਆਂ ਨੇ। ਸੋ ਇਹ ਡਿਫਰੈਂਟ ਡਿਪਾਰਟਮੈਂਟਸ 'ਚ ਨੇ। ਸੋ ਇਹ ਡਿਪਾਰਟਮੈਂਟ ਤੁਸੀਂ ਦੇਖ ਸਕਦੇ ਹੋ ਕਿ 21 ਪੋਸਟ ਨੇ ਜਿਹੜੀ ਉਹ ਸਕੂਲ ਐਜੂਕੇਸ਼ਨ 'ਚ ਨੇ। ਦੈਨ 61 ਪੋਸਟ ਜਿਹੜੀਆਂ ਨੇ ਉਹ ਅਗੇਨ ਸਕੂਲ ਐਜੂਕੇਸ਼ਨ ਨੇ। ਇਹ ਹੈੱਡ ਆਫਿਸ ਨੇ, ਸਬੋਰਡੀਨੇਟ ਆਫਿਸ ਨੇ। ਦੈਨ 13 ਪੋਸਟ ਸੀਨੀਅਰ ਅਸਿਸਟੈਂਟ ਦੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ 'ਚ। ਦੈਨ 78 ਪੋਸਟ PWD 'ਚ ਪਬਲਿਕ ਵਰਕਸ ਡਿਪਾਰਟਮੈਂਟ ਦੇ ਵਿੱਚ ਹੈ। ਦੈਨ 1 ਪੋਸਟ ਹੈ ਜਿਹੜੀ ਉਹ ਹੈਗੀ ਆ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ। ਦੈਨ 12 ਪੋਸਟ ਜਿਹੜੀ ਐਕਸਾਈਜ਼ ਐਂਡ ਟੈਕਸਟੇਸ਼ਨ ਦੇ ਵਿੱਚ। ਦੈਨ 4 ਜਿਹੜੀਆਂ ਨੇ ਉਹ ਨੇ DRDP ਦੇ ਵਿੱਚ, ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਗਵਰਨਮੈਂਟ। ਦੈਨ 8 ਪੋਸਟ ਜਿਹੜੀਆਂ ਨੇ ਉਹ ਰੈਵਨਿਊ 'ਚ ਨੇ। ਠੀਕ ਹੈ, ਰੈਵਨਿਊ ਡਿਪਾਰਟਮੈਂਟ 'ਚ ਨੇ। ਸੋ ਇਹ ਜਿਹੜੀ ਟੋਟਲ ਪੋਸਟ ਨੇ। ਸੋ ਆਪਾਂ ਹੁਣ ਇਸ ਦੇ ਰਿਗਾਰਡਿੰਗ ਜਿਹੜਾ ਹੈ ਬਰੀਫ ਦੇ ਵਿੱਚ ਸਾਰਾ ਇੰਪੋਰਟੈਂਟ ਡਿਟੇਲਸ ਜਿਹੜੀਆਂ ਨੇ ਉਹ ਡਿਸਕਸ ਕਰ ਲੈਂਦੇ ਹਾਂ। ਸੋ ਇਹਨਾਂ ਸਾਰੇ ਐਗਜ਼ਾਮਸ ਦੇ ਲਈ ਜਿਹੜਾ ਹੈ ਇੱਕ ਜੁਆਇੰਟ ਕੰਪੀਟੀਟਿਵ ਐਗਜ਼ਾਮੀਨੇਸ਼ਨ ਜਿਹੜਾ ਹੈ ਲਿਆ ਜਾਏਗਾ, ਵਿਲ ਬੀ ਕੰਡਕਟਡ, ਇੱਥੇ ਦਿੱਤਾ ਹੋਇਆ। ਠੀਕ ਹੈ, ਬਟ ਜਿਹੜੇ ਐਪਲੀਕੇਸ਼ਨ ਫਾਰਮਸ ਨੇ ਉਹ ਤੁਸੀਂ ਸੈਪਰੇਟਲੀ ਡਿਫਰੈਂਟ ਪੋਸਟ ਦੇ ਲਈ ਜਾਂ ਡਿਫਰੈਂਟ ਡਿਪਾਰਟਮੈਂਟ ਦੇ ਲਈ ਸਬਮਿਟ ਕਰਨੇ ਨੇ। ਸੋ ਕੈਂਡੀਡੇਟ ਨੇ ਜਿਹੜਾ ਸੈਪਰੇਟ ਆਨਲਾਈਨ ਐਪਲੀਕੇਸ਼ਨ ਫਾਰਮਸ ਜਿਹੜੇ ਨੇ ਉਹ ਅਗਰ ਉਹ ਇੱਕ ਤੋਂ ਜ਼ਿਆਦਾ ਪੋਸਟ ਅਪਲਾਈ ਕਰਨਾ ਚਾਹੁੰਦਾ ਉਹ ਫਿਲ ਕਰਨੇ ਨੇ। ਠੀਕ ਹੈ, ਸੋ ਅੱਗੇ ਆਪਾਂ ਦੇਖ ਲੈਂਦੇ ਹਾਂ, ਇੰਪੋਰਟੈਂਟ ਡਿਟੇਲ ਡਿਸਕਸ ਕਰਾਂਗੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ। ਸੋ ਇਹ ਜਿਹੜੀ ਇੱਥੇ ਜਿਹੜੀ ਰਿਜ਼ਰਵੇਸ਼ਨ ਜਾਂ ਨੰਬਰ ਆਫ ਪੋਸਟ ਦਾ ਹੈ ਇਹ ਤੁਸੀਂ ਆਪਣੀ ਕੈਟੇਗਰੀ ਦੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਕਿ ਕਿੰਨੀ ਪੋਸਟ ਨੇ। ਇਸ 'ਤੇ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਗੇ ਫਰਦਰ ਡਿਸਕਸ ਕਰਦੇ ਹਾਂ। ਸੋ ਆਪਾਂ ਡਿਸਕਸ ਕਰ ਲੈਂਦੇ ਹਾਂ ਕਿ ਜਿਹੜਾ ਇਹ ਇਸ ਦਾ ਪੇ ਬੈਂਡ ਹੈ ਜਿਹੜਾ ਉਹ ਕੀ ਹੋਏਗਾ। ਸੋ ਪੇ ਬੈਂਡ ਜਿਹੜਾ ਹੈ ਉਹ 35,400 ਹੋਏਗਾ। ਇਨੀਸ਼ੀਅਲ ਪੇ ਜਿਹੜੀ ਹੈ ਉਹ 35,400 ਹੋਏਗੀ। ਅਤੇ ਅੱਗੇ ਅਸੈਂਸ਼ੀਅਲ ਕੁਆਲੀਫਿਕੇਸ਼ਨ ਦੇਖ ਲੈਂਦੇ ਹਾਂ। ਸੋ ਕੁਆਲੀਫਿਕੇਸ਼ਨ ਦੇ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਦਾ ਹੋਣਾ ਜ਼ਰੂਰੀ ਹੈ। ਬੈਚਲਰਸ ਡਿਗਰੀ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ। ਦੈਨ ਕੰਪੀਟੀਟਿਵ ਟੈਸਟ ਜਿਹੜਾ ਹੈ ਟਾਈਪਿੰਗ ਟੈਸਟ ਹੋਏਗਾ, ਉਹ ਤੁਸੀਂ ਕੁਆਲੀਫਾਈ ਕਰਨਾ ਹੈ। ਠੀਕ ਹੈ, ਇਹ ਰਿਟਨ ਟੈਸਟ ਦੇ ਰਿਗਾਰਡਿੰਗ ਹੈ। ਸੋ ਫਸਟ ਆਫ ਆਲ ਜਿਹੜਾ ਤੁਸੀਂ ਰਿਟਨ ਟੈਸਟ ਹੋਏਗਾ ਕੁਆਲੀਫਾਈਜ਼ ਇਨ ਦਾ ਕੰਪੀਟੀਟਿਵ ਟੈਸਟ। ਠੀਕ ਹੈ, ਦੈਨ ਤੁਹਾਡੇ ਕੋਲ ਜਿਹੜਾ ਹੈ 120 ਆਵਰਸ ਦਾ ਜਿਹੜਾ ਕੰਪਿਊਟਰ ਦਾ ISO ਸਰਟੀਫਾਈਡ ਹੋਣਾ ਚਾਹੀਦਾ, ਜਾਂ ਕੰਪਿਊਟਰ ਦਾ ਜਿਹੜਾ ਤੁਹਾਡੀ 120 ਆਵਰਸ ਦਾ ਕੋਰਸ ਹੋਣਾ ਚਾਹੀਦਾ ਹੈ। ਠੀਕ ਹੈ, ਇਹ ਦਿੱਤਾ ਹੋਇਆ। ਅਤੇ ਜਾਂ ਫਿਰ ਜਿਹੜਾ ਹੈ O ਲੈਵਲ ਸਰਟੀਫਿਕੇਟ ਵੀ ਜਿਹੜਾ ਹੈ ਵੈਲਿਡ ਹੋਏਗਾ। ਸੋ O ਲੈਵਲ ਸਰਟੀਫਿਕੇਟ ਵੀ ਵੈਲਿਡ ਹੋਏਗਾ। ਸੋ ਉਸ ਤੋਂ ਬਾਅਦ ਜਿਹੜਾ ਹੈ ਇਸ 'ਤੇ ਦੱਸਿਆ ਗਿਆ ਕਿ ਜਿਹੜਾ ਪੰਜਾਬੀ ਜਾਂ ਇੰਗਲਿਸ਼ ਦਾ ਟਾਈਪਿੰਗ ਟੈਸਟ ਹੋਏਗਾ। ਠੀਕ ਹੈ, ਬਿਫੋਰ ਹਿਜ਼ ਅਪੋਇੰਟਮੈਂਟ ਪਾਸ ਅ ਟੈਸਟ ਇਨ ਇੰਗਲਿਸ਼ ਐਂਡ ਪੰਜਾਬੀ ਰਿਸਪੈਕਟਿਵਲੀ। ਠੀਕ ਹੈ, ਤਾਂ ਪਹਿਲਾਂ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਏਗਾ, ਜਿਹੜੇ ਉਸ 'ਚੋਂ ਕੁਆਲੀਫਾਈ ਕਰਨਗੇ ਉਹਨਾਂ ਦਾ ਜਿਹੜਾ ਹੈ ਟਾਈਪਿੰਗ ਟੈਸਟ ਹੋਏਗਾ। ਤਾਂ ਇਹ ਜਿਹੜੀ ਨੇ ਕੁਆਲੀਫਿਕੇਸ਼ਨ ਸੀ। ਉਸ ਤੋਂ ਇਲਾਵਾ ਜਿਹੜਾ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬੀ ਸਟੈਂਡਰਡ ਜਿਹੜਾ ਹੈ ਉਹ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੈ। ਠੀਕ ਹੈ, ਸ਼ੁੱਡ ਹੈਵ ਪਾਸਡ ਪੰਜਾਬੀ ਆਫ ਮੈਟ੍ਰਿਕ ਔਰ ਇਟਸ ਇਕੁਇਲੈਂਟ ਸਟੈਂਡਰਡ। ਠੀਕ ਹੈ, ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੈ। ਤਾਂ ਬਾਕੀ ਜਿਹੜਾ ਹੈ ਇਹ ਜਿਹੜੀ ਇਸਦੀ ਇੰਪੋਰਟੈਂਟ ਕੁਆਲੀਫਿਕੇਸ਼ਨ ਜਿਹੜੀ ਚਾਹੀਦੀ ਹੈ ਉਹ ਸੀ ਬੈਚਲਰਸ ਡਿਗਰੀ। ਦੈਨ ਤੁਹਾਡੇ ਕੋਲ 120 ਆਵਰਸ ਦਾ ਕੋਰਸ, ਅਤੇ ਤੁਸੀਂ ਜਿਹੜਾ ਹੈ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ, ਜਾਂ ਫਿਰ ਉਸਦੇ ਇਕੁਇਲੈਂਟ ਜਿਹੜਾ ਸਟੈਂਡਰਡ ਦੀ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ। ਅਤੇ ਬਾਕੀ ਤੁਹਾਡਾ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਏਗਾ, ਦੈਨ ਟਾਈਪਿੰਗ ਹੋਏਗੀ। ਸੋ ਜਿਹੜਾ ਹੈ ਇੱਥੇ ਦੱਸਿਆ ਗਿਆ ਕਿ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕਦੋਂ ਪ੍ਰੋਸੈਸ ਕਰਨੀ ਹੈ, ਬਿਫੋਰ ਔਰ ਬਾਏ 5 ਜੁਲਾਈ 2022। ਠੀਕ ਹੈ, ਦੈਨ ਏਜ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਕਿ 18 ਤੋਂ ਲੈ ਕੇ 37 ਸਾਲ ਦੀ ਏਜ ਤੱਕ ਤੁਸੀਂ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਐਗਜ਼ਾਮ। ਅਤੇ ਇੱਥੇ ਦੀ ਜਿਹੜੀ ਹੈ 1/1/22 ਤੱਕ ਇਹ ਜਿਹੜੀ ਕੈਲਕੂਲੇਸ਼ਨ ਹੋਏਗੀ। ਬਾਕੀ ਜਿਹੜੀ ਕੈਟਾਗਰੀਜ਼ ਦੀ ਰਿਲੈਕਸੇਸ਼ਨ ਦਿੱਤੀ ਹੋਈ ਹੈ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਹੜੀ ਕੈਟੇਗਰੀ 'ਚ ਤੁਸੀਂ ਫਾਲ ਕਰਦੇ ਹੋ। ਠੀਕ ਹੈ, ਤਾਂ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ। ਸੋ ਹੁਣ ਡਿਸਕਸ ਕਰ ਲੈਂਦੇ ਹਾਂ ਕਿ ਜਿਹੜਾ ਪੇਪਰ ਦਾ ਪੈਟਰਨ ਹੈ, ਐਗਜ਼ਾਮੀਨੇਸ਼ਨ ਪੈਟਰਨ ਕੀ ਰਹਿਣ ਵਾਲਾ ਹੈ। ਸੋ ਐਗਜ਼ਾਮੀਨੇਸ਼ਨ ਪੈਟਰਨ ਦੇ ਵਿੱਚ ਕੀ ਹੈ, ਰਿਟਨ ਟੈਸਟ ਹੋਏਗਾ, ਰਿਟਨ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਏਗਾ, ਜਿਸ ਕੀ 120 ਕੁਐਸਚਨਸ ਹੋਣਗੇ, ਟੋਟਲ 480 ਮਾਰਕਸ ਦੇ। ਸੋ ਇੱਕ ਕੁਐਸਚਨ ਹੈ ਜਿਹੜਾ ਉਹ 4 ਮਾਰਕਸ ਦਾ ਹੋਏਗਾ। ਸੋ ਇੱਥੇ ਦੇਖੋ ਦੱਸਿਆ ਗਿਆ ਕਿ ਜਨਰਲ ਨੌਲੇਜ ਤੋਂ ਕੁਐਸਚਨਸ ਆਉਣਗੇ ਅਤੇ ਕਰੰਟ ਅਫੇਅਰਸ ਤੋਂ 80 ਕੁਐਸਚਨਸ, ਜਿਨ੍ਹਾਂ ਦੇ ਕਿ 4 ਮਾਰਕਸ ਈਚ 320। ਦੈਨ ਕੁਐਸਚਨ ਲੌਜੀਕਲ ਰੀਜ਼ਨਿੰਗ ਅਤੇ ਮੈਂਟਲ ਅਬਿਲਿਟੀ ਤੋਂ ਆਉਣਗੇ 40 ਕੁਐਸਚਨ, 40 ਕੁਐਸਚਨਸ ਇੱਥੋਂ ਆਉਣਗੇ 160 ਦੇ। ਠੀਕ ਹੈ, ਤਾਂ ਟੋਟਲ ਕਿੰਨੇ ਦਾ ਹੋ ਗਿਆ 480 ਦਾ, ਅਤੇ ਟੋਟਲ ਜਿਹੜਾ ਹੈ ਆਪਣੇ ਕੋਲ ਕੁਐਸਚਨ ਹੋ ਗਏ 120। ਠੀਕ ਹੈ, ਤਾਂ ਇਹ ਟੋਟਲ ਜਿਹੜਾ ਹੈ ਦੇਖੋ ਇੱਥੇ ਦੱਸਿਆ ਹਰ ਇੱਕ ਕੁਐਸਚਨ ਦਾ 4 ਹੈ, 4 ਮਾਰਕਸ ਨੇ। ਅਤੇ ਜਿਹੜਾ ਅਗਰ ਨੈਗੇਟਿਵ ਮਾਰਕਿੰਗ ਹੈ ਤਾਂ 1 ਮਾਰਕ ਫॉर ਈਚ ਕੁਐਸਚਨ। ਠੀਕ ਹੈ, ਇੱਕ ਨੰਬਰ 'ਤੇ ਜਿਹੜੀ ਹੈ ਨੈਗੇਟਿਵ ਮਾਰਕਿੰਗ ਹੋਏਗੀ। ਸੋ ਇੱਥੇ ਜਿਹੜਾ ਅੱਗੇ ਤੁਸੀਂ ਦੇਖ ਸਕਦੇ ਹੋ ਟਾਈਮ ਡਿਊਰੇਸ਼ਨ ਕੀ ਹੈ। ਸੋ ਟਾਈਮ ਡਿਊਰੇਸ਼ਨ ਜਿਹੜੀ ਹੈ ਉਹ 2 ਆਵਰਸ ਦੀ ਹੈ। 2 ਆਵਰਸ ਦਾ ਜਿਹੜਾ ਹੈ ਪੇਪਰ ਹੋਏਗਾ, 2 ਆਵਰਸ ਡਿਊਰੇਸ਼ਨ। ਤਾਂ ਇਹ ਜਿਹੜਾ ਹੈ ਇਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਅੱਗੇ ਇਹਨਾਂ ਨੇ ਦਿੱਤਾ ਹੋਇਆ, ਉਹ ਵੀ ਆਪਾਂ ਡਿਸਕਸ ਕਰਾਂਗੇ।
सो ये जोड़ा पेपर सी पेपर पैटर्न सी। दैन जोड़ा है इंपॉर्टेंट है कि इत्थे तुसी देखो हुण इस पोस्ट वास्ते कोई भी इंटरव्यू जोड़ा है नहीं कंडक्ट किया जाएगा, तो जोड़ा इस दे लई पासिंग मार्क्स जोड़े ने 40% जोड़े लैने जरूरी ने, ठीक है। कंपीटेटिव एग्जामिनेशन वास्ते तो 35% जोड़े हैं शेड्यूल्ड कास्ट या फिर बैकवर्ड क्लासिस ऑफ पंजाब उन्होंने जोड़े हैं अपटेन करने जरूरी ने, ठीक है। दैन जोड़ा है फाइनल रिजल्ट जोड़ा है वो तो पता है कि जोड़ा है अपने नैट मार्क्स अपटेन बाय द कैंडीडेट इन रिटन कंपीटेटिव एग्जामिनेशन उसके बेसिस पे डिपेंड करेगा। दैन जोड़े फिर कैंडीडेट्स ने उन्होंने कैटेगरी वाइज मैरिट लिस्ट उसके अकॉर्डिंगली ही बनेगी, ये इत्थे दस्सिया गया, ठीक है। सो अगे फर्दर देख लैंने। सो एप्लीकेशन जी फॉर्म की जी डेट्स ने इंपॉर्टेंट डेट्स ने वो तुसी देख सकते हो। न्यू रजिस्ट्रेशन की लास्ट डेट जी है वो है 5/7/22, ठीक है। दैन स्टार्ट डेट फॉर प्रिंटिंग जनरेटेड बैंक चलान 6/7/22, लास्ट डेट फॉर प्रिंटिंग सिस्टम जनरेटेड बैंक चलान फॉर्म, ठीक है। ये स्टार्ट डेट है, ये स्टार्ट डेट 6/7 और ये जी लास्ट डेट है 12/7। ये एप्लीकेशन जी फीस है एप्लीकेशन और एग्जामिनेशन फीस की उसकी लास्ट डेट है 13/7। सो ये तुसी देख लेनी है इंपॉर्टेंट डेट्स। ये मैं ऑलरेडी तुहानूं दस दिता है कि ज्वाइंट जोड़ा है कंपीटेटिव एग्जामिनेशन होएगा इन्हां दे लई जी टोटल पोस्ट ने। सो अगे जोड़ा है अगे तुसी देख सकते हो कि फीस की ने, ठीक है। तो शेड्यूल्ड कास्ट ट्राइब्स बैकवर्ड क्लासिस जड़ियाँ ने उन्होंने वास्ते फीस है एप्लीकेशन चार्जिस 500 तो एग्जामिनेशन फी 250 तो टोटल फी 750। दैन एक्स सर्विसमैन वास्ते जी टोटल फीस है वो है 500, टोटल फी 500। सिमिलरली EWS तो PWD तो LD ESM वास्ते जी फीस है वह भी 500 है। बाकी ऑल अदर कैटेगरी वास्ते फीस जी 1500 है, ठीक है। तो फीस सी अगे जी है अपलाई करने के लिए इतने इंपॉर्टेंट डिटेल्स दी हुई हैं वो तुसी देख के अपलाई कर सकते हो। अगर कुछ नहीं समझ आता तो तुसी मैनू जो है कमेंट सैक्शन के पूछ सकते हो। सो ये जोड़ा है इतने मैथड दिता हुआ अपलाई करने का। अगर तुसी अपलाई तो वीडियो चाहते हो तो वह भी आप अपडेट कर देंगे, तुसी कमेंट सैक्शन दस सकते हो। सो ये अपलाई करने का प्रोसीजर है, सारा अपलाई करने का प्रोसीजर है। अकॉर्डिंगली तुसी इत्थों देख के अपलाई कर सकते हो। अगर कुछ नहीं पता चलता तो तुसी मैनू कमेंट सैक्शन के पूछ सकते हो। सो ये इंपॉर्टेंट सी। दैन जोड़ा है इत्थे अगे फर्दर जोड़ा है आप इसका सिलेबस देख लैंने। सो सिलेबस की है तो सिलेबस सब तो बॉटम पर जोड़ा है नैक्सट जो मैंशन किया। सो ये सिलेबस है। देखो इतने जनरल नॉलेज से करंट अफेयर्स, ठीक है। जनरल नॉलेज से करंट अफेयर्स के इकनॉमिक इशूज़ पॉलिटी इशूज़ इन्वायरमेंटल इशूज़ साइंस एंड टैक एंड एनी अदर करंट इशूज़, ठीक है। उस तो इलावा हिस्टरी है जी इंडिया की वो स्पैशल रेफरेंस है इंडियन फ्रीडम स्ट्रगल मूवमेंट का, ठीक है। दैन हिस्टरी ऑफ पंजाब जो 14th सेंचुरी ऑनवर्ड्स करना है। तो इतने सिलेबस दसिया होया है कि जोड़ा है एरियस की मतलब क्वेश्चन पूछे जा सकते हैं। दैन जनरल मैंटल अबिलिटी के जोड़ा लॉजिकल रीजनिंग तो क्वांटिटेटिव एप्टीट्यूड के भी दिता होया। एनालिटिकल रीजनिंग लॉजिकल रीजनिंग एंड मैंटल अबिलिटी, बेसिक न्यूमेरिकल स्किल्स नंबर्स मैगनीट्यूड परसेंटेज एंड न्यूमेरिकल रिलेशन एप्रीसीएशन, दैन डाटा एनालिसिस, ठीक है। तो इस DI वगैरह आ जाएगा, टेबल स्प्रैडशीट चार्ट्स। तो ये जोड़ा है सिलेबस है। सो ये जोड़ा सिलेबस भी अपडेट कर दिता है नाल दी नाल, तो तुसी इत्थों सिलेबस जोड़ा है चैक कर सकते हो। तो इस वीडियो जोड़ा है मैं इंपॉर्टेंट पॉइंट्स तुहानूं दस दिते हैं सारे जो भी सी। अगर कुछ होर रह गया हो तो तुसी मैनू कमेंट सैक्शन के जोड़ा है पूछ सकते हो। सो ये अज की वीडियो के इन्ना ही। मिलते हैं नैक्सट वीडियो के नैक्सट अपडेट के नाल। हैव अ नाइस डे, बाय बाय।